ਸਤਿ ਸ਼੍ਰੀ ਅਕਾਲ ਜੀ। ਸਟੱਡੀ ਸਪਿਰਿਟ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਹੈ 11 ਨਵੰਬਰ ਤੇ ਅੱਜ ਦੇ ਲੈਕਚਰ ਦੀ ਸ਼ੁਰੂਆਤ ਹੈ ਜਿਹੜੀ ਆਪਾਂ ਕੱਲ ਜਿਹੜੇ ਕੁਐਸਚਨ ਪੁੱਛੇ ਸੀ ਉਹਨਾਂ ਤੋਂ ਕਰਾਂਗੇ। ਦੇਖਾਂਗੇ ਵੀ ਕਿਹੜੇ ਕੁਐਸਚਨ ਪੁੱਛੇ ਸੀ ਤੇ ਉਹਨਾਂ ਦੇ ਆਨਸਰ ਕਿੰਨਾਂ ਨੇ ਦਿੱਤੇ ਆ। ਆਲਮੋਸਟ ਸਾਰਿਆਂ ਦੇ ਆਨਸਰ ਆ ਹੀ ਚੁੱਕੇ ਆ। ਪਹਿਲਾਂ ਆਪਾਂ ਨਜ਼ਰ ਮਾਰਾਂਗੇ ਵੀ ਕੱਲ ਕਿਹੜੇ ਕੁਐਸਚਨ ਪੁੱਛੇ ਸੀ। ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਵੀ ਜਿਹੜੇ ਚੈਨਲ ਤੇ ਨਵੇਂ ਹੁੰਦੇ ਆ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਜੀ, ਤੇ ਵੀਡੀਓ ਨੂੰ ਵੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ 'ਚ ਬਿਲਕੁਲ ਵੀ ਕੰਜੂਸੀ ਨਾ ਕਰਿਆ ਕਰੋ। ਤੁਸੀਂ ਜਿੱਥੇ ਵੀ ਕਿਤੇ ਵੀ ਜਿਹੜਾ ਵੀ ਸੋਸ਼ਲ ਮੀਡੀਆ ਯੂਜ਼ ਕਰਦੇ ਹੋ, ਲਾਈਕ ਇੰਸਟਾਗ੍ਰਾਮ, ਫੇਸਬੁੱਕ, ਜਿੱਥੇ ਵੀ ਹੋ, ਆਪਣੀ ਵੀਡੀਓ ਦਾ ਲਿੰਕ ਜ਼ਰੂਰ ਸ਼ੇਅਰ ਕਰ ਦਿਆ ਕਰੋ ਜੀ ਆਪਦੇ ਦੋਸਤਾਂ ਦੇ ਵਿੱਚ। ਠੀਕ ਹੈ ਜੀ। ਚਲੋ ਜੀ, ਅੱਜ ਦਾ ਜਿਹੜਾ ਲੈਕਚਰ ਆਪਾਂ ਸਟਾਰਟ ਕਰਦੇ ਹਾਂ। ਪਹਿਲਾਂ ਜ਼ਰਾ ਨਜ਼ਰ ਮਾਰ ਲੈਂਦੇ ਹਾਂ ਵੀ ਕੱਲ ਆਪਾਂ ਕਿਹੜੇ ਕੁਐਸਚਨ ਪੁੱਛੇ ਸੀ। ਠੀਕ ਹੈ ਜੀ। ਇੱਕ ਤਾਂ ਮੈਂ ਪੁੱਛਿਆ ਸੀਗਾ ਵੀ ਡੀਆਰਡੀਓ ਦੇ ਜਿਹੜੇ ਹੈੱਡ ਨੇ ਉਹਨਾਂ ਦਾ ਨਾਮ ਪੁੱਛਿਆ ਸੀ, ਤੇ ਇੱਕ ਪੁੱਛਿਆ ਸੀ ਉਹਦਾ ਹੈੱਡਕੁਆਟਰ ਕਿੱਥੇ ਦੇਖਣ ਨੂੰ ਮਿਲਦਾ। ਇੱਕ ਮੈਂ ਪੁੱਛਿਆ ਸੀ ਪੰਜਾਬ ਨਾਲ ਰਿਲੇਟਡ ਕੁਐਸਚਨ ਪੁੱਛੇ ਸੀ। ਠੀਕ ਹੈ ਜੀ। ਕਿਹੜੇ ਸੀ? ਇੱਕ ਤਾਂ ਮੈਂ ਪੁੱਛਿਆ ਸੀ ਪੰਜਾਬ ਦਾ ਜਿਹੜਾ ਸਟੇਟ ਬਰਡ ਹੈ ਕਿਹੜਾ ਗਾ, ਸਟੇਟ ਟਰੀ ਕਿਹੜਾ ਗਾ, ਤੇ ਸਟੇਟ ਐਨੀਮਲ ਕਿਹੜਾ ਗਾ। ਠੀਕ ਹੈ ਜੀ। ਇਹ ਪੁੱਛਿਆ ਸੀਗਾ। ਤੇ ਇੱਕ ਪੁੱਛਿਆ ਸੀ ਯੂਐਸ ਦੇ ਵਾਈਸ ਪ੍ਰੈਜ਼ੀਡੈਂਟ ਕੌਣ ਨੇ। ਠੀਕ ਹੈ ਜੀ। ਜਿਹੜੇ ਯੂਐਸ ਦੇ ਵਾਈਸ ਪ੍ਰੈਜ਼ੀਡੈਂਟ ਕੌਣ ਬਣੇ ਨੇ ਉਹਨਾਂ ਦਾ ਨਾਮ ਪੁੱਛਿਆ ਸੀ। ਤੇ ਇੱਕ ਪੁੱਛਿਆ ਸੀ ਨਿਊਜ਼ੀਲੈਂਡ ਦੇ ਜਿਹੜੇ ਪੀਐਮ ਨੇ ਉਹ ਕੌਣ ਬਣੇ ਨੇ, ਉਹਨਾਂ ਦਾ ਨਾਮ ਪੁੱਛਿਆ ਸੀ ਕਿਉਂਕਿ ਰੀਸੈਂਟ ਇਹ ਨਿਊਜ਼ ਦੇ ਵਿੱਚ ਸੀ। ਤੇ ਇੱਕ ਪੁੱਛਿਆ ਸੀ ਵੀ ਨਿਊਜ਼ੀਲੈਂਡ ਦੇ ਵਿੱਚ ਮਿਨਿਸਟਰ ਪਹਿਲੀ ਵਾਰ ਆਪਣੇ ਭਾਰਤੀ ਮੂਲ ਦੇ ਕੌਣ ਬਣਿਆ, ਉਹਨਾਂ ਦਾ ਨਾਮ ਪੁੱਛਿਆ ਸੀਗਾ। ਪਹਿਲੀ ਵਾਰ ਕੋਈ ਫੀਮੇਲ ਬਣਿਆ, ਉਹਨਾਂ ਦਾ ਨਾਮ ਪੁੱਛਿਆ ਸੀ। ਇੱਕ ਪੁੱਛਿਆ ਸੀਗਾ, ਇੱਕ ਅਵਾਰਡ ਅਬਾਊਟ ਪੁੱਛਿਆ ਸੀ ਗਨ ਸਮਰਾਗਿਨੀ ਜਿਹੜਾ ਅਵਾਰਡ ਹੈ ਇਹ ਇਸ ਵਾਰ ਦਾ ਕਿਹਨੂੰ ਦਿੱਤਾ ਜਾਣਾ, ਤੇ ਜਿਹੜਾ ਇਹ ਅਵਾਰਡ ਹੈ ਕਿਹੜੀ ਸਰਕਾਰ ਦੁਆਰਾ, ਕਿਹੜੀ ਸਟੇਟ ਦੁਆਰਾ ਇਹ ਅਨਾਊਂਸ ਕੀਤਾ ਜਾਂਦਾ ਜੀ। ਠੀਕ ਹੈ, ਇਹ ਪੁੱਛਿਆ ਸੀਗਾ। ਚਲੋ ਜੀ, ਇਹਨਾਂ ਦੇ ਆਨਸਰ ਕਿਹਨਾਂ ਨੇ ਦਿੱਤੇ ਹੈ ਉਹ ਜ਼ਰਾ ਦੇਖ ਲੈਂਦੇ ਹਾਂ। ਗੁਰਪੇਜ ਭੁੱਲਰ ਜੀ ਨੇ ਆਨਸਰ ਦਿੱਤਾ ਜਿਹੜਾ ਡੀਆਰਡੀਓ ਆ ਇਹਦਾ ਹੈੱਡਕੁਆਟਰ ਨਿਊ ਦਿੱਲੀ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਯੂਐਸ ਦੇ ਕਮਲਾ ਹੈਰਿਸ ਜੀ ਬਣੇ ਆ, ਤੇ ਤੁਹਾਨੂੰ ਪਤਾ ਹੀ ਹੈ ਪ੍ਰੈਜ਼ੀਡੈਂਟ ਕੌਣ ਬਣੇ ਆ, ਜੋ ਬਿਡਨ ਜੀ ਪ੍ਰੈਜ਼ੀਡੈਂਟ ਬਣੇ ਆ। ਠੀਕ ਹੈ ਜੀ। ਬਾਜ ਹੈ ਜਿਹੜਾ ਆਪਣੀ ਸਟੇਟ ਬਰਡ ਹੈ। ਠੀਕ ਹੈ ਜੀ। ਕਿਹੜਾ ਬਾਜ ਹੈ। ਤੇ ਟਾਲੀ ਕੀ ਹੈ, ਸ਼ੀਸ਼ਮ ਕਹਿ ਦਿੰਦੇ ਆ, ਇਹ ਸਟੇਟ ਟਰੀ ਹੈ। ਤੇ ਐਨੀਮਲ ਕੀ ਹੈ, ਸਟੇਟ ਐਨੀਮਲ ਬਲੈਕ ਬੱਕ ਆ। ਠੀਕ ਹੈ ਜੀ। ਤੇ ਜਗਤਾਰ ਸਿੰਘ ਜੀ ਨੇ ਵੀ ਆਨਸਰ ਦਿੱਤੇ ਹੈ ਜਿਹੜੇ ਨਿਊਜ਼ੀਲੈਂਡ ਦੇ ਪੀਐਮ ਬਣੇ ਨੇ, ਕੌਣ ਬਣੇ ਨੇ, ਦੁਬਾਰਾ ਰੀਇਲੈਕਟ ਹੋ ਕੇ ਆਏ ਨੇ, ਜੈਸਿੰਡਾ ਜੀ ਆਏ ਨੇ। ਠੀਕ ਹੈ ਜੀ, ਇਹਨਾਂ ਦਾ ਨਾਮ ਹੈ। ਤੇ ਜਿਹੜੇ ਆਪਣੇ ਭਾਰਤੀ ਮੂਲ ਦੇ ਨਿਊਜ਼ੀਲੈਂਡ ਦੇ ਵਿੱਚ ਮਿਨਿਸਟਰ ਬਣੇ ਆ ਕਿਹੜੇ ਨੇ, ਪ੍ਰਿੰਸੇ ਰਾਧਾ ਕ੍ਰਿਸ਼ਨ ਜੀ। ਠੀਕ ਹੈ ਜੀ। ਕੇਰਲਾ ਨਾਲ ਇਹ ਸੰਬੰਧ ਰੱਖਦੇ ਆ। ਤੇ ਜਿਹੜੀ ਮਹਾਰਾਸ਼ਟਰ ਦੀ ਗੌਰਮੈਂਟ ਹੈ ਇਹ ਅਨਾਊਂਸ ਕਰਦੀ ਹੈ ਗਨ ਸਮਰਾਗਿਨੀ ਲਤਾ ਮੰਗੇਸ਼ਕਰ ਅਵਾਰਡ ਹੈ। ਇਸ ਵਾਰ ਦਾ ਇਹ ਅਵਾਰਡ ਊਸ਼ਾ ਮੰਗੇਸ਼ਕਰ ਜੀ ਨੂੰ ਦਿੱਤਾ ਜਾਣਾ ਜੀ। ਠੀਕ ਹੈ ਜੀ। ਤੇ ਜਿਹੜਾ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਹੈ ਡੀਆਰਡੀਓ, ਇਹਦੇ ਹੈੱਡਕੁਆਟਰ ਨਿਊ ਦਿੱਲੀ ਦੇ ਵਿੱਚ ਹੈ। ਤੇ ਹੈੱਡ ਕੌਣ ਦੇਖਣ ਨੂੰ ਮਿਲਦੇ ਆ, ਡਾਕਟਰ ਜੀ ਸਤੀਸ਼ ਰੈੱਡੀ ਜੀ ਇਹਦੇ ਹੈੱਡ ਦੇਖਣ ਨੂੰ ਮਿਲਦੇ ਆ। ਤੇ ਜਿਹੜਾ ਆਪਣਾ ਸਟੇਟ ਬਰਡ ਹੈ ਤੁਹਾਨੂੰ ਪਤਾ ਹੀ ਆ, ਬਾਜ ਇਹ ਦੱਸ ਹੀ ਚੁੱਕੇ ਆ। ਪਰ ਜਿਹੜਾ ਇਹਦਾ ਸਾਇੰਟੀਫਿਕ ਨੇਮ ਹੈ ਉਹ ਦੇਖ ਲੈਂਦੇ ਆ। ਇੱਕ ਹੋਰ ਬਾਜ ਨੂੰ ਕੀ ਕਿਹਾ ਜਾਂਦਾ, ਗੋਸ਼ਵਾਕ ਵੀ ਕਿਹਾ ਜਾਂਦਾ। ਠੀਕ ਹੈ ਜੀ। ਗੋਸ਼ਵਾਕ ਵੀ ਇਹਨੂੰ ਕਿਹਾ ਜਾਂਦਾ ਬਾਜ ਨੂੰ। ਤੇ ਇਹਦਾ ਸਾਇੰਟੀਫਿਕ ਨੇਮ ਦੇਖ ਲੈਂਦੇ ਆ ਕੀ ਹੈਗਾ, ਐਸਿਪਟਰ ਜੈਨਲਿਸ ਇਹਦਾ ਸਾਇੰਟੀਫਿਕ ਨੇਮ ਹੈ। ਤੇ ਹੁਣ ਜਿਹੜਾ ਹੈਗਾ ਆਪਣਾ ਐਨੀਮਲ ਹੈ ਉਹਦਾ ਦੇਖ ਲੈਂਦੇ ਆ। ਐਨੀਮਲ ਬਲੈਕ ਬੱਕ ਯਾਨੀ ਕਿ ਕਾਲਾ ਹਿਰਨ ਹੈ, ਇਹਦਾ ਜਿਹੜਾ ਸਾਇੰਟੀਫਿਕ ਨੇਮ ਹੈ ਉਹ ਆਪਾਂ ਦੇਖ ਲੈਂਦੇ ਹਾਂ, ਐਂਟੀਲੋਪ ਸੈਰੀਕੈਪਰਾ ਇਹਦਾ ਸਾਇੰਟੀਫਿਕ ਨੇਮ ਹੈ। ਠੀਕ ਹੈ ਜੀ। ਟਰੀ ਹੈ ਇਹਦਾ ਵੀ ਦੇਖ ਲੈਂਦੇ ਹਾਂ, ਸ਼ੀਸ਼ਮ। ਟਾਲੀ ਇਹਦਾ ਜਿਹੜਾ ਹੈਗਾ ਸਾਇੰਟੀਫਿਕ ਨੇਮ ਕੀ ਆ, ਦਲਬੇਰਗੀਆ ਸੀਸੂ ਇਹਦਾ ਸਾਇੰਟੀਫਿਕ ਨੇਮ ਹੈ। ਠੀਕ ਹੈ ਜੀ। ਇਹ ਯਾਦ ਰੱਖਿਓ, ਇਹ ਟਰੀ ਦਾ ਇਹ ਜਿਹੜਾ ਐਨੀਮਲ ਹੈ ਤੇ ਇਹ ਬਰਡ ਹੈ। ਠੀਕ ਹੈ ਜੀ। ਜਾਂ ਤਾਂ ਤੁਹਾਨੂੰ ਸਾਇੰਟੀਫਿਕ ਨੇਮ ਆਪਸ਼ਨਸ ਦਿੱਤੇ ਹੋ ਸਕਦੇ ਆ, ਪੁੱਛ ਲੈਣ ਤਾਂ ਤੁਸੀਂ ਯਾਦ ਰੱਖਿਓ, ਬਰਡ ਐਸਿਪਟਰ ਜੈਨਲਿਸ, ਤੇ ਐਂਟੀਲੋਪ ਸੈਰੀਕੈਪਰਾ ਐਨੀਮਲ ਹੈ ਜਿਹੜਾ ਕਿ ਬਲੈਕ ਬੱਕ ਹੈ, ਇਹਦਾ ਸਾਇੰਟੀਫਿਕ ਨੇਮ ਹੈ। ਤੇ ਟਾਲੀ ਦਾ ਜਿਹੜਾ ਸਾਇੰਟੀਫਿਕ ਨੇਮ ਹੈ ਦਲਬੇਰਗੀਆ ਸੀਸੋ ਇਹਦਾ ਸਾਇੰਟੀਫਿਕ ਨੇਮ ਹੈ, ਇਹ ਯਾਦ ਰੱਖਿਓ। ਚਲੋ ਜੀ, ਇਹ ਸੀਗੇ ਜਿਹੜੇ ਆਪਾਂ ਕੱਲ ਕੁਐਸਚਨ ਪੁੱਛੇ ਸੀ, ਉਹਨਾਂ ਦੇ ਬਹੁਤ ਵਧੀਆ ਆਨਸਰ ਦਿੱਤੇ ਨੇ ਜਗਤਾਰ ਸਿੰਘ ਤੇ ਗੁਰਪੇਜ ਭੁੱਲਰ ਜੀ ਨੇ। ਚਲੋ ਜੀ, ਇਹ ਸੀਗੇ ਕੱਲ ਦੇ ਕੁਐਸਚਨ। ਅੱਜ ਦੀ ਜਿਹੜੀ ਪਹਿਲੀ ਨਿਊਜ਼ ਹੈ ਆਪਾਂ ਉਸ 'ਤੇ ਚੱਲਦੇ ਹਾਂ। ਇੱਕ ਮੈਂ ਕੁਐਸਚਨ ਇੱਥੇ ਪਹਿਲਾਂ ਪੁੱਟ ਕਰ ਦੇਣਾ, ਜਿਹੜਾ ਸ਼੍ਰੀ ਮੁਕਤਸਰ ਸਾਹਿਬ ਹੈ, ਠੀਕ ਹੈ ਜੀ, ਉਸ ਦੇ ਨਾਲ ਉਹਦਾ ਹੋਰ ਕਿਹੜਾ ਅਦਰ ਨੇਮ ਨਾਲ ਵੀ ਉਹਨੂੰ ਜਾਣਿਆ ਜਾਂਦਾ, ਜ਼ਰਾ ਉਹ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਨਸਰ ਦੇ ਦਿਓ। ਇਹ ਆਪਣਾ ਅੱਜ ਦਾ ਪਹਿਲਾ ਕੁਐਸਚਨ ਆਪਾਂ ਪੁੱਟ ਕਰਤਾ। ਚਲੋ ਜੀ, ਪਹਿਲੀ ਨਿਊਜ਼ 'ਤੇ ਚੱਲਦੇ ਹਾਂ। ਤੁਹਾਨੂੰ ਪਤਾ ਹੈ ਵੀ ਆਪਣੇ ਬਿਹਾਰ ਦੇ ਵਿੱਚ
ਕੀ ਚੱਲ ਰਹੇ ਸੀ, ਇਲੈਕਸ਼ਨ ਚੱਲ ਰਹੇ ਸੀ। ਤਾਂ ਹੁਣ ਜਿਹੜੀ ਇਹ ਪਾਵਰ ਹੈ ਉੱਥੋਂ ਦੀ ਕਿਹਦੇ ਹੱਥ ਦੇ ਵਿੱਚ ਆ ਗਈ ਹੈ, ਸਟੇਟ ਦੀ। ਠੀਕ ਹੈ ਜੀ, ਸਟੇਟ ਦੀ ਜਿਹੜੀ ਗਵਰਨਮੈਂਟ ਹੈ ਕਿਹਦੇ ਹੱਥ 'ਚ ਆਈ ਆ, NDA ਕੀ ਆ, ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਹੈ। ਇਹ 2-3 ਪਾਰਟੀਆਂ ਤੋਂ ਜਿਹੜਾ ਮਿਲ ਕੇ ਇਹ ਬਣਿਆ ਹੋਇਆ ਅਲਾਇੰਸ ਹੈ। ਠੀਕ ਹੈ ਜੀ, ਇਹ ਪਾਵਰ ਦੇ ਵਿੱਚ ਆਇਆ। ਠੀਕ ਹੈ, ਇਸ ਨੂੰ ਜਿਹੜਾ ਇਹ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਹੈ ਇਹਨੂੰ ਕਿਹੜੀ ਪਾਰਟੀ ਜਿਹੜੀ ਲੀਡ ਕਰਦੀ ਹੈ, BJP। ਠੀਕ ਹੈ ਜੀ, ਹਿਸਾਬ ਨਾਲ BJP ਹੀ ਬਣ ਗਈ ਹੈ ਪਾਵਰ ਦੇ ਵਿੱਚ, ਪਹਿਲਾਂ ਵੀ ਇਹ ਸੀ। ਅਤੇ ਆਪਾਂ ਗੱਲ ਕਰੀਏ ਜਿਹੜੇ ਨਿਤਿਸ਼ ਕੁਮਾਰ ਜੀ ਜਿਹੜੇ ਬਣਨਗੇ, ਠੀਕ ਹੈ ਜੀ, ਪੂਰੀ ਸੰਭਾਵਨਾ ਵੀ ਇਹੀ ਜਿਹੜੇ CM ਬਣਨਗੇ। ਅਤੇ ਜੇ ਇਹ CM ਬਣਦੇ ਆ ਤਾਂ ਇਹ ਕਿੰਨਵੀਂ ਵਾਰ ਜਿਹੜੇ CM ਬਣਨਗੇ, ਜ਼ਰਾ ਇਹ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਨਸਰ ਦੇ ਦਿਓ। ਆਪਾਂ ਦੇਖ ਲੈਂਦੇ ਹਾਂ ਵੀ ਇਹਨੂੰ ਕਿੰਨੀਆਂ ਸੀਟਸ ਮਿਲੀਆਂ ਅਤੇ ਟੋਟਲ ਸੀਟ ਕਿੰਨੀਆਂ ਸੀ ਬਿਹਾਰ ਦੀਆਂ। ਜਿਹੜੇ ਆਪਣੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਚੀਜ਼ਾਂ ਨੇ ਆਪਾਂ ਉਹ ਦੇਖ ਲੈਂਦੇ ਹਾਂ। 243 ਜਿਹੜੀਆਂ ਸੀਗੀਆਂ ਸੀਟਸ ਹੈ, ਉਹਨਾਂ 'ਚੋਂ 125 ਸੀਟ ਜਿਹੜੀਆਂ NDA ਨੂੰ ਮਿਲੀਆਂ। ਠੀਕ ਹੈ ਜੀ, NDA ਨੇ 125 ਸੀਟਸ ਹਾਸਲ ਕੀਤੀਆਂ 243 ਚੋਂ, ਅਤੇ ਇਹ ਪਾਵਰ ਦੇ ਵਿੱਚ ਆਇਆ ਦੁਬਾਰਾ। ਠੀਕ ਹੈ ਜੀ, ਜਿਹੜੀ ਓਪੋਜੀਸ਼ਨ ਸੀ ਉਹ 110 ਨਾਲ ਹੈ ਅਤੇ ਅਦਰ 8 ਸੀਟਸ ਹੈ। ਹੁਣ ਜਿਹੜੀਆਂ ਇਹ ਪਾਰਟੀਜ਼ ਆ ਉਹ ਦੇਖ ਲੈਂਦੇ ਹਾਂ। ਇੱਕ ਤਾਂ ਭਾਰਤੀ ਜਨਤਾ ਪਾਰਟੀ ਹੋ ਗਈ BJP, 74 ਸੀਟਸ ਮਿਲੀਆਂ। ਠੀਕ ਹੈ ਜੀ, ਇੱਕ ਹਿੰਦੁਸਤਾਨੀ ਆਵਾਮ ਮੋਰਚਾ ਹੋ ਗਿਆ, ਇਹਨੂੰ 4 ਮਿਲੀਆਂ। ਇੱਕ ਜਨਤਾ ਦਲ ਹੋ ਗਈ, ਇਹਨੂੰ 43 ਮਿਲੀਆਂ। ਠੀਕ ਹੈ ਜੀ, ਇੱਕ ਵਿਕਾਸਸ਼ੀਲ ਇਨਸਾਨ ਪਾਰਟੀ ਹੋ ਗਈ, ਇਹਨੂੰ 4 ਮਿਲੀਆਂ। ਇਹਨਾਂ ਤੋਂ ਮਿਲ ਕੇ ਇਹ NDA ਜਿਹੜੀ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਹੈ ਇਹ ਦੁਬਾਰਾ ਪਾਵਰ ਦੇ ਵਿੱਚ ਆ ਗਈ ਹੈ। ਠੀਕ ਹੈ ਜੀ, ਇਹ ਸੀਗੀਆਂ ਜਿਹੜੀ ਬਿਹਾਰ ਇਲੈਕਸ਼ਨ ਹੋਈ ਉਹਦੇ ਨਾਲ ਰਿਲੇਟਡ ਗੱਲਾਂ, ਅਤੇ ਕੱਲ੍ਹ ਨੂੰ ਆਪਾਂ ਨੂੰ ਪਤਾ ਲੱਗ ਜੂਗਾ ਕਿਹੜੇ CM ਬਣਦੇ ਆ। ਅਤੇ ਇੱਥੋਂ ਦੇ ਜਿਹੜੇ ਗਵਰਨਰ ਨੇ ਉਹ ਕੌਣ ਦੇਖਣ ਨੂੰ ਮਿਲਦੇ ਆ, ਗਵਰਨਰ ਇੱਥੋਂ ਦੇ ਫੱਗੂ ਚੌਹਾਨ ਜੀ ਇੱਥੋਂ ਦੇ ਗਵਰਨਰ ਨੇ। ਅਤੇ ਆਪਾਂ ਕੁਛ ਹੋਰ ਵੀ ਇੱਕ ਕੁਐਸਚਨ ਪੁੱਟ ਕਰ ਦਿੰਦੇ ਹਾਂ, ਜਿਹੜੇ ਆਪਣਾ ਪੰਜਾਬ ਹੈ, ਪੰਜਾਬ ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਜਿਹੜੀਆਂ ਸੀਟਸ ਨੇ ਉਹ ਕਿੰਨੀਆਂ ਸੀਟ ਨੇ, ਜ਼ਰਾ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਦਿਓ। ਅਤੇ ਲੋਕ ਸਭਾ ਦੀਆਂ ਸੀਟਸ ਵੀ ਆਨਸਰ ਦੇ ਦਿਓ ਜੀ। ਠੀਕ ਆ, ਲੋਕ ਸਭਾ ਦੀਆਂ ਸੀਟ ਅਤੇ ਵਿਧਾਨ ਸਭਾ ਦੀਆਂ ਸੀਟਸ ਕਿੰਨੀਆਂ ਆਪਣੇ ਪੰਜਾਬ ਦੀਆਂ, ਉਹ ਆਨਸਰ ਜ਼ਰਾ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੇ ਦਿਓ। ਚਲੋ ਜੀ, ਇਹ ਸੀਗਾ ਬਿਹਾਰ ਨਾਲ ਰਿਲੇਟਡ ਕੁਛ ਕੁ ਇੰਪੋਰਟੈਂਟ ਗੱਲਾਂ ਜਿਹੜੀਆਂ ਆਪਾਂ ਨੂੰ ਯਾਦ ਰੱਖਣੀਆਂ ਚਾਹੀਦੀਆਂ ਸੀ। ਜੇ ਬਿਹਾਰ ਦਾ ਠੀਕ ਹੈ ਜੀ CM ਤਾਂ ਤੁਹਾਨੂੰ ਕੱਲ੍ਹ ਨੂੰ ਆਪਾਂ ਪਤਾ ਲੱਗ ਹੀ ਜਾਊਗਾ ਕਿਹੜੇ ਬਣਦੇ ਆ। ਅਤੇ ਗਵਰਨਰ ਇੱਥੋਂ ਦੇ ਫੱਗੂ ਚੌਹਾਨ ਨੇ। ਹੋਰ ਇੱਥੇ ਇੰਪੋਰਟੈਂਟ ਕੀ ਚੀਜ਼ਾਂ ਦੇਖਣ ਨੂੰ ਮਿਲਦੀਆਂ, ਟਰਟਲ ਜਿਹੜਾ ਰਿਹੈਬਿਲੇਸ਼ਨ ਸੈਂਟਰ ਹੈ ਉਹ ਵੀ ਇੱਥੇ ਹੀ ਦੇਖਣ ਨੂੰ ਮਿਲਦਾ। ਅਤੇ ਸੋਰੋ ਆਫ ਜਿਹੜਾ ਬਿਹਾਰ ਹੈ ਉਹ ਕਿਹਨੂੰ ਕਿਹਾ ਜਾਂਦਾ, ਕਿਹੜੀ ਰਿਵਰ ਨੂੰ ਕਿਹਾ ਜਾਂਦਾ। ਠੀਕ ਹੈ ਜੀ, ਜਿਹੜੀ ਕੋਸੀ ਰਿਵਰ ਹੈ, ਕੋਸੀ ਰਿਵਰ ਨੂੰ ਸੋਰੋ ਆਫ ਬਿਹਾਰ ਕਿਹਾ ਜਾਂਦਾ ਹੈ। ਕਾਫੀ ਵਾਰ ਆਪਣੇ ਪੰਜਾਬ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ, ਜਿਹੜਾ ਕੋਸੀ ਰਿਵਰ ਹੈ ਉਹਨੂੰ ਸੋਰੋ ਆਫ ਬਿਹਾਰ ਕਿਹਾ ਜਾਂਦਾ। ਠੀਕ ਹੈ ਜੀ, ਅਤੇ ਬਿਹਾਰ ਦੇ ਵਿੱਚ ਟਰਟਲ ਰਿਹੈਬਿਲੇਸ਼ਨ ਸੈਂਟਰ ਵੀ ਦੇਖਣ ਨੂੰ ਮਿਲਦਾ। ਜੇ ਪੁੱਛ ਲੈਣ ਯੈਲੋ ਰੇਅਰ ਟਰਟਲ, ਠੀਕ ਹੈ ਜੀ, ਜੇ ਪੁੱਛ ਲੈਣ ਯੈਲੋ ਜਿਹੜਾ ਰੇਅਰ ਟਰਟਲ ਹੈ, ਕਛੂਆ ਦੀ ਗੱਲ ਹੋ ਰਹੀ ਹੈ, ਟਰਟਲ ਮੀਨਸ ਜਿਹੜਾ ਕੱਛੂ ਜਿਹਾ ਹੁੰਦਾ। ਠੀਕ ਹੈ, ਅਤੇ ਉਹ ਯੈਲੋ ਰੇਅਰ ਟਰਟਲ ਕਿਹੜੀ ਸਟੇਟ ਦੇ ਵਿੱਚ ਪਹਿਲਾ ਜਿਹੜਾ ਦੇਖਣ ਨੂੰ ਮਿਲਿਆ ਸੀਗਾ, ਤਾਂ ਜੇ ਸਟੇਟ ਪੁੱਛਿਆ ਜਾਂਦਾ ਤਾਂ ਉੜੀਸਾ ਆਊਗਾ। ਠੀਕ ਹੈ ਜੀ, ਅਤੇ ਜੇ ਸੈਕਿੰਡ ਜਿਹੜੀ ਸਟੇਟ ਹੈ ਉੱਥੇ ਕਿੱਥੇ ਦੇਖਣ ਨੂੰ ਮਿਲਦਾ, ਵੈਸਟ ਬੰਗਾਲ ਦੇ ਵਿੱਚ ਦੇਖਣ ਨੂੰ ਮਿਲਿਆ। ਅਤੇ ਜੇ ਪੁੱਛ ਲੈਣ ਵੀ ਕਿਹੜੀ ਕੰਟਰੀ ਦੇ ਵਿੱਚ ਦੇਖਣ ਨੂੰ ਮਿਲਿਆ, ਤਾਂ ਕੰਟਰੀ ਦਾ ਨਾਮ ਹੋਊਗਾ ਨੇਪਾਲ। ਠੀਕ ਹੈ ਜੀ, ਸਟੇਟ ਪੁੱਛਿਆ ਜਾਂਦਾ ਪਹਿਲੀ ਸਟੇਟ ਉੜੀਸਾ ਹੈ, ਫਿਰ ਉਸ ਤੋਂ ਬਾਅਦ ਵੈਸਟ ਬੰਗਾਲ ਦੇ ਵਿੱਚ ਦੇਖਣ ਨੂੰ ਮਿਲਿਆ। ਜੇ ਕੰਟਰੀ ਪੁੱਛ ਲੈਣ ਪਹਿਲੀ ਕੰਟਰੀ ਕਿਹੜੀ ਦੇ ਵਿੱਚ ਦੇਖਣ ਨੂੰ ਮਿਲਿਆ, ਤਾਂ ਉਹ ਨੇਪਾਲ ਹੋਊਗਾ। ਠੀਕ ਹੈ ਜੀ, ਨੇਪਾਲ ਦੇ ਵਿੱਚ ਵੀ ਇਹ ਦੇਖਣ ਨੂੰ ਮਿਲਿਆ। ਅਤੇ ਵੈਸਟ ਬੰਗਾਲ ਦੇ ਅਬਾਊਟ ਵੀ ਇੱਕ ਦੱਸ ਦਿਓ ਵੀ ਇਹ ਕਾਹਦੀ ਪ੍ਰੋਡਕਸ਼ਨ ਦੇ ਵਿੱਚ ਨੰਬਰ 1 ਹੈ। ਠੀਕ ਹੈ ਜੀ, ਮੈਂ ਹੀ ਦੱਸ ਦੇਣਾ, ਵੈਜੀਟੇਬਲ ਦੀ ਜਿਹੜੀਆਂ ਵੈਜੀਟੇਬਲ ਨੇ ਉਹਦੀ ਜਿਹੜੀ ਪ੍ਰੋਡਕਸ਼ਨ ਹੈ। ਠੀਕ ਹੈ ਜੀ, ਜਿਹੜੀਆਂ ਹਰੀਆਂ ਸਬਜ਼ੀਆਂ ਹੁੰਦੀਆਂ ਉਹਦੀ ਪ੍ਰੋਡਕਸ਼ਨ ਦੇ ਵਿੱਚ ਜਿਹੜਾ ਵੈਸਟ ਬੰਗਾਲ ਹੈ ਨੰਬਰ 1 'ਤੇ ਹੈ। ਠੀਕ ਹੈ ਜੀ, ਅਤੇ ਕਰਨਾਟਕਾ ਦਾ ਆਨਸਰ ਦੇ ਦਿਓ, ਕਰਨਾਟਕਾ ਕਾਹਦੇ ਵਿੱਚ ਨੰਬਰ 1 'ਤੇ ਹੈ, ਕਾਹਦੀ ਪ੍ਰੋਡਕਸ਼ਨ ਦੇ ਵਿੱਚ, ਕਿਉਂਕਿ ਆਪਣੇ ਪੰਜਾਬ ਪਟਵਾਰੀ ਦਾ ਵੀ ਪੇਪਰ ਹੋਣਾ ਹੀ ਆ, ਅੱਗੇ ਹੋਊਗਾ, ਨੋਟੀਫਿਕੇਸ਼ਨ ਆ ਜਾਊਗਾ, ਪੂਰਾ ਆਫੀਸ਼ੀਅਲ ਨੋਟੀਫਿਕੇਸ਼ਨ ਆ ਜਾਣਾ, ਤੁਹਾਨੂੰ ਪਤਾ ਲੱਗ ਜਾਣਾ। ਤਾਂ ਉਹਦੇ ਪੁਆਇੰਟ ਆਫ ਵਿਊ ਤੋਂ ਇਹ ਇੰਪੋਰਟੈਂਟ ਹੋ ਜਾਂਦੇ ਆ, ਪ੍ਰੋਡਕਸ਼ਨ ਵਗੈਰਾ ਜਿਹੜਾ ਐਗਰੀਕਲਚਰ ਨਾਲ ਖੇਤੀ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਨੇ ਉਹ ਵੀ ਇੰਪੋਰਟੈਂਟ ਹੋ ਜਾਂਦੀਆਂ, ਅਤੇ ਕਰੰਟ ਅਫੇਅਰ ਤਾਂ ਕਰਨੇ ਹੀ ਕਰਨੇ ਆ। ਚਲੋ ਜੀ, ਜਿਹੜੀ ਅਗਲੀ ਨਿਊਜ਼ ਆ ਆਪਾਂ ਉਸ 'ਤੇ ਚੱਲਦੇ ਹਾਂ। ਜਿਹੜਾ ਚਾਈਨਾ ਹੈ, ਚਾਈਨਾ ਨੇ ਕੀ ਕੀਤਾ, ਚਾਈਨਾ ਨੇ ਵਰਲਡ ਦਾ ਜਿਹੜਾ ਪਹਿਲਾ ਇਹ 6G ਟੈਸਟ ਸੈਟੇਲਾਈਟ ਹੈ ਇਹ ਔਰਬਿਟ ਦੇ ਵਿੱਚ ਭੇਜ ਦਿੱਤਾ, ਸਪੇਸ ਦੇ ਵਿੱਚ ਭੇਜ ਦਿੱਤਾ। ਠੀਕ ਹੈ ਜੀ, ਅਤੇ ਇਹ ਕੀ ਹੈਗਾ, ਆਪਾਂ ਤਾਂ ਦੇਖੋ ਹਜੇ 5G ਦੀਆਂ ਹੀ ਗੱਲਾਂ ਹੋ ਰਹੀਆਂ, 5G ਨੈਟਵਰਕ ਦੀ ਹਜੇ ਗੱਲ ਹੋ ਰਹੀ ਹੈ। ਇਹਨੇ 6G ਦਾ ਜਿਹੜਾ ਸੈਟੇਲਾਈਟ ਹੈ ਵਰਲਡ ਦਾ ਪਹਿਲਾ ਇਹ ਬਣ ਗਿਆ, ਇਹਨੇ ਭੇਜ ਦਿੱਤਾ। ਠੀਕ ਹੈ ਜੀ, ਇਹਨੂੰ ਔਰਬਿਟ ਦੇ ਵਿੱਚ ਛੱਡ ਦਿੱਤਾ ਹੈ। ਇਹ ਯਾਦ ਰੱਖਿਓ, ਜੇ ਪੁੱਛ ਲਿਆ ਜਾਂਦਾ ਵਰਲਡ ਦਾ ਫਸਟ ਜਿਹੜਾ 6G ਸੈਟੇਲਾਈਟ ਹੈ ਉਹ ਚਾਈਨਾ ਨੇ ਸਕਸੈਸਫੁਲੀ ਜਿਹੜਾ ਹੈਗਾ ਲਾਂਚ ਕਰ ਦਿੱਤਾ।
याद रखियो अपना गुआढ़ी देश है, क्योंकि काफ़ी ये अपने चलता रहिंदा है। ठीक है जी, काफ़ी बाउंडरी ते जिहड़ा हैगा अपने जिहड़ी इहदे नाल बाउंडरी है उत्ते भी काफ़ी झड़प देखने को मिलती है। तो होर भी तुहानूं पता ही है जिहड़ी कोविड-19 महामारी है कित्थों आई है, तुहानूं चंगी तरह पता है भी ये किहदी देन है, तो काफ़ी ये न्यूज़ दे विच भी रहिंदा गा। चलो जी, जिहड़ी अगली न्यूज़ है उस ते चलदे हैं। ये सीगा 6G सैटेलाइट जिहड़ा चाइना ने लॉन्च कीता है, ते चाइना दी जरा कैपीटल दस दिओ, चाइना दी किहड़ी कैपीटल है, कमेंट सैक्शन दे विच आंसर दे दिओ। चलो जी, आपां अगली न्यूज़ ते चलदे हैं। अगली न्यूज़ है स्पोर्ट्स जगत नाल, ते जदों खेड जगत नाल न्यूज़ आउंदी है तां आपां इहनूं डिटेल दे विच डिस्कस कर लैंदे हां। तुहानूं पता है भी जिहड़े IPL हो रहे सी, IPL ਪਹਿਲਾਂ ਤਾਂ ਕਿੱਥੇ ਹੋ ਰਹੇ ਸੀ, UAE ਦੇ ਵਿੱਚ, UAE ਦੇ ਵਿੱਚ ਹੋ ਰਹੇ ਸੀਗੇ ਇਹ। ਠੀਕ ਹੈ ਜੀ, UAE ਦੀ ਕੈਪੀਟਲ ਕੀ ਹੈ, ਕੈਪੀਟਲ ਹੈ ਅਬੂ ਧਾਬੀ। ਅਬੂ ਧਾਬੀ ਇੱਥੋਂ ਦੀ ਜਿਹੜੀ ਹੈ ਕੈਪੀਟਲ ਦੇਖਣ ਨੂੰ ਮਿਲਦੀ ਹੈ UAE ਦੀ। ਇੱਥੇ IPL ਹੋ ਰਹੇ ਸੀਗੇ, ਤੇ ਇਹ IPL ਦਾ ਮੈਚ ਹੈ ਜਿਹੜਾ ਇਹ ਕਿਹਨੇ ਵਿਨ ਕਰ ਲਿਆ, ਮੁੰਬਈ ਇੰਡੀਅਨ। ਠੀਕ ਹੈ ਜੀ, ਜਿਹੜਾ ਫਾਈਨਲ ਮੈਚ ਹੈ, ਫਾਈਨਲ ਮੈਚ ਮੁੰਬਈ ਇੰਡੀਅਨ ਵੀਜ਼ ਦਿੱਲੀ ਕੈਪੀਟਲ ਦੇ ਵਿੱਚ ਹੋਇਆ। ਮੁੰਬਈ ਇੰਡੀਅਨ ਦੇ ਜਿਹੜੇ ਕੈਪਟਨ ਸੀ ਕੌਣ ਆ, रोहित शर्मा जी। ठीक है जी, तो दिल्ली कैपिटल के कैप्टन कौन सी, श्रेयस अय्यर जी। ठीक है, श्रेयस अय्यर जेडे ये कैप्टन सी, ये आ श्रेयस अय्यर ते ये आ रोहित शर्मा। ठीक है जी, इन्हां दोनों की टीम के विचाले होया मुंबई इंडियन टीम्स ते दिल्ली कैपिटल। तो किने विन कराया, मुंबई इंडियन ने यह विन कर लिया। 5वीं बार है जिहड़ा इन्हां ने यह खिताब है जिहड़ा जित्तिया। ठीक है जी, 2008 ਦੇ ਵਿੱਚ ਪਹਿਲੀ ਵਾਰ IPL ਹੋਏ ਸੀ, ਤੇ ਇਹਦੇ ਵਿੱਚ फस्ट टाइम किने विन किया सी, राजस्थान। ਜਿਹੜੇ राजस्थान है इस ने 2008 ਦੇ ਵਿੱਚ IPL विन किया सीगा। ठीक है जी, ਇਹ याद रखियो IPL ਦੇ ਨਾਲ ਕੁਛ ਕੁ इंपॉर्टेंट ਗੱਲਾਂ। ਤੇ ਜੇ ਪੁੱਛ ਲਿਆ ਜਾਂਦਾ, ਕਿਉਂਕਿ ਇਹਦੇ ਵਿੱਚ ਇੱਕ ऑरेंज कैप ਦਿੱਤੀ ਜਾਂਦੀ ਹੈ, ਇੱਕ परपल कैप दी जाती है। जी ऑरेंज कैप है ये बैट्समैन को दी जाती है, किहदे कोल है, KL राहुल कोल रही। इस बार की जो क्वेश्चन बनता, KL राहुल कोल ऑरेंज कैप रही, तो परपल ये रबाड़ा ने बॉलर ने। ठीक है, उन्होंने कोल ये रही है परपल कैप। ठीक है जी, KL राहुल किंग्स 11 पंजाब जिहड़ी है इस टीम के कैप्टन सीगे। ठीक है जी, तो इन्हों को इस बार की जी ऑरेंज कैप है वो इन्हों को रही है। तो इस बार विन किने किया, मुंबई इंडियन ने जिहड़ा हैगा ये विन किया। तो पहली बार 2008 ਦੇ ਵਿੱਚ ਹੋਇਆ ਸੀ, IPL 2007 ਦੇ ਵਿੱਚ फॉर्म होया, तो 2008 ਦੇ ਵਿੱਚ ਜਿਹੜਾ ਪਹਿਲਾ ਹੋਇਆ ਉਹਦੇ ਵਿੱਚ राजस्थान ने यह जित्तिया सीगा। ये सीगियां IPL नाल कुछ गल्लां ते जिहड़ियां आपां देखियां। जे पुछ लिया जांदा सब तो बाद फाइनल मैच दे विच पहुंचण वाली टीम किहड़ी है, तां ओह किहड़ी है, चेन्नई सुपर किंग। ठीक है, जिहदे कि कैप्टन कौन देखने को मिलते हैं, महेंद्र सिंह धोनी देखने को मिलते हैं। ठीक है जी, धोनी है इसका कैप्टन CSK चेन्नई सुपर किंग का। तो मुंबई इंडियन के रोहित दिल्ली कैपिटल है जिहदे नाल इस बार का फाइनल मैच होया, तो मुंबई इंडियन ने विन कर लिया IPL का मैच, याद रखियो जी। चलो जी, आपां अज दी अगली न्यूज़ ते चलते हैं। अगली न्यूज़ दे विच की कहा जा रहा, जिहड़े प्राइम मिनिस्टर मोदी ने यह 12 नवंबर नूं की करनगे, जिहड़ी जवाहर लाल नेहरू यूनीवर्सिटी कैंपस है कित्थे है, न्यू दिल्ली दे विच है, उत्थे स्वामी विवेकानंद जी का एक स्टैचू है जिहड़ा उहदा उद्घाटन करनगे। तुहानूं पता है भी स्वामी विवेकानंद जी के जन्मदिन ते ही 12 जनवरी नूं की मनाया जाता, नैशनल यूथ डे मनाया जाता है। तो आपां डिस्कस किया सीगा जिहड़ा वर्ल्ड यूथ डे है वह 12 अगस्त नूं देखने को मिलता है। काफ़ी बार ये क्वेश्चन आपां देख चुके हैं। ठीक है जी, देखो 12 जनवरी 1863 ਦੇ ਵਿੱਚ ਹੋਇਆ, ਤੇ 4 जुलाई 1902 ਦੇ ਵਿੱਚ ਇਹਨਾਂ ਦੀ ਡੈਥ ਹੋਈ ਹੈ स्वामी विवेकानंद जी ਦੇ। ਇਹ ਬਹੁਤ ਹੀ ਇੰਪੋਰਟੈਂਟ ਪਰਸਨੈਲਿਟੀ ਹੋ ਜਾਂਦੇ ਆ, ਇਹਨਾਂ ਅਬਾਊਟ ਕਾਫੀ ਜਿਹੜੀਆਂ ਹੈਗੀਆਂ ਗੱਲਾਂ ਆਪਾਂ ਦੇਖ ਹੀ ਲੈਂਦੇ ਆ ਵੀ ਜਿਹੜੀਆਂ ਇੰਪੋਰਟੈਂਟ ਨੇ। GNU ਦੇ ਵਿੱਚ ਇਹਨਾਂ ਦਾ ਸਟੈਚੂ ਜਿਹੜਾ ਹੈਗਾ ਉਹਦਾ ਉਦਘਾਟਨ ਕੀਤਾ ਜਾਊਗਾ 12 ਨਵੰਬਰ ਨੂੰ। ਹੁਣ ਸਟੈਚੂ ਦੀ ਗੱਲ ਆਈ ਹੈ ਤਾਂ ਸਟੈਚੂ ਆਫ ਯੂਨਿਟੀ ਦੀ ਵੀ ਗੱਲ ਕਰ ਲੈਂਦੇ ਆ, ਇਹਦਾ ਜ਼ਰਾ ਆਨਸਰ ਦਿਓ। ठीक है जी, कमेंट सैक्शन दे विच दस्सो जिहड़ा स्टैचू ऑफ यूनिटी है। ठीक है, यह किहदा स्टैचू है। ठीक है जी, किहदा स्टैचू है उहदा नाम दस्सो, परसनैलिटी का, तो कित्थे है। ठीक है जी, जगह का नाम दस दिओ, जगह का पैलेस का नाम दस दिओ कित्थे है, तो जिहड़ी इहदी उचाई है। ठीक है जी, वो भी दस दिओ, जिहड़ी इहदी लंबाई है वो भी लेंथ है जिहड़ी वो कमेंट सैक्शन दे विच जरूर आंसर दिओ। आपां डिस्कस भी कीता सी 31 अक्तूबर।
ठीक है जी, दिन भी मैनूं याद है 31 अक्तूबर ਨੂੰ ਆਪਾਂ ਇਹ ਡਿਸਕਸ ਕੀਤਾ ਸੀ। ਤੇ ਯਾਦ ਰੱਖਿਓ ਇੰਪੋਰਟੈਂਟ ਪਰਸਨੈਲਿਟੀ ਨੇ ਸਟੈਚੂ ਆਫ ਯੂਨਿਟੀ ਜਿਨ੍ਹਾਂ ਦਾ ਹੈਗਾ ਗਾ ਉਹ ਦੱਸਿਓ ਜਰਾ ਕਮੈਂਟ ਸੈਕਸ਼ਨ ਦੇ ਵਿੱਚ। ਚਲੋ ਜੀ ਅਗਲੀ ਨਿਊਜ਼ 'ਤੇ ਚੱਲਦੇ ਹਾਂ। ਜਿਹੜਾ ਵੂਮੈਨਸ T20 ਚੈਲੰਜ ਹੈ ਇਹ ਵੀ ਇੱਕ ਹਿਸਾਬ ਦਾ ਜੇ ਆਪਾਂ ਕਹੀਏ ਇਹਨੂੰ ਵੀ IPL ਕਿਹਾ ਜਾ ਸਕਦਾ ਹੈ। ਇਹ ਵੂਮੈਨ ਦਾ ਹੁੰਦਾ ਗਾ। ਜਿਹੜਾ IPL ਆ ਤੁਹਾਨੂੰ ਪਤਾ ਆਪਾਂ ਜਿਹੜੇ ਇਸ ਵਾਰ ਦਾ ਜਿਹੜਾ ਹੋਇਆ ਗਾ ਮੈਨਸ ਦਾ ਉਹ ਤਾਂ ਆਪਾਂ ਦੇਖ ਹੀ ਚੁੱਕੇ ਹਾਂ ਕੌਣ ਵਿਨਰ ਰਿਹਾ। ਅਤੇ ਜਿਹੜਾ ਇਹ ਵੂਮੈਨਸ ਇਹ ਵੀ ਪੁੱਛ ਲਿਆ ਜਾਂਦਾ T20 ਚੈਲੰਜ ਹੈ ਇਹ ਵੂਮੈਨਸ ਦਾ IPL ਵੀ ਮੰਨਿਆ ਜਾਂਦਾ। ਪਹਿਲੀ ਵਾਰ ਇਹ 2018 ਦੇ ਵਿੱਚ ਮੁੰਬਈ ਦੇ ਵਿੱਚ ਇੰਟਰੋਡਿਊਸ ਹੋਇਆ ਸੀਗਾ। ਠੀਕ ਹੈ ਜੀ, ਇਸ ਵਾਰ ਦੀ 2020 ਦੇ ਵਿੱਚ ਕਿਹੜੀ ਟੀਮ ਵਿਨਰ ਰਹੀ ਹੈ ਇਹ ਯਾਦ ਰੱਖਿਓ। ਟ੍ਰੇਲ ਬਲੇਜ਼ਰ ਜਿਹੜੀ ਹੈਗੀ ਆ ਇਸ ਵਾਰ ਦੀ ਵਿਨਰ ਹੈ। ਠੀਕ ਹੈ ਜੀ, ਅਤੇ ਜਿਹੜੀ 2019 ਦੀ ਸੀ ਇਹ ਕਿਹੜੀ ਸੀ ਸੁਪਰਨੋਵਾ। ਠੀਕ ਹੈ ਜੀ, ਸੁਪਰਨੋਵਾਜ਼ ਜਿਹੜੀ ਇਹ ਪਿਛਲੀ ਵਾਰ ਦੀ ਵਿਨਰ ਆ 2019 ਦੀ। ਅਤੇ ਇਸ ਵਾਰ 2020 ਦੇ ਵਿੱਚ ਕਿਹੜੀ ਬਣੀ ਆ ਟ੍ਰੇਲ ਬਲੇਜ਼ਰ ਹੈ ਜਿਹੜੀ ਇਸ ਨੇ ਵਿਨ ਕੀਤਾ ਗਾ ਵੂਮੈਨਸ T20 ਚੈਲੰਜ ਦਾ ਖਿਤਾਬ। ਠੀਕ ਹੈ ਜੀ, ਇਹ ਵੂਮੈਨਸ ਦਾ IPL ਹੁੰਦਾ ਇੱਕ ਹਿਸਾਬ ਨਾਲ ਆਪਾਂ ਕਹਿ ਸਕਦੇ ਹਾਂ ਵੂਮੈਨਸ ਦਾ IPL ਹੈ। ਠੀਕ ਹੈ ਜੀ, ਉਹ ਆਪਾਂ ਦੇਖ ਹੀ ਚੁੱਕੇ ਹਾਂ। ਦੂਜੇ ਦੇ ਵਿੱਚ ਕਿਹਨੇ ਵਿਨ ਕੀਤਾ ਮੁੰਬਈ ਇੰਡੀਅਨਸ ਨੇ ਵਿਨ ਕੀਤਾ। ਇਹ ਸੀਗਾ ਅੱਜ ਦਾ ਲੈਕਚਰ। ਜੇ ਤੁਸੀਂ ਇਸ ਲੈਕਚਰ ਦਾ PDF ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਟੈਲੀਗ੍ਰਾਮ 'ਤੇ ਜੁਆਇਨ ਕਰ ਸਕਦੇ ਹੋ। ਠੀਕ ਹੈ ਜੀ, ਅਤੇ ਤੁਸੀਂ ਮੈਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀ ਜੁਆਇਨ ਕਰ ਸਕਦੇ ਹੋ। ਅੱਜ ਦੇ ਆਪਾਂ ਕਾਫੀ ਕੁਐਸਚਨ ਪੁੱਛ ਹੀ ਲਏ ਆ ਲੈਕਚਰ ਦੇ ਵਿੱਚ ਹੀ, ਫਿਰ ਵੀ ਮੈਂ ਸਟਾਰਟਿੰਗ ਵਾਲਾ ਕੁਐਸਚਨ ਹੀ ਜਿਹੜਾ ਇੱਥੇ ਰਿਪੀਟ ਕਰ ਦੇਣਾ। ਤੁਸੀਂ ਦੱਸਿਓ ਵੀ ਜਿਹੜਾ ਆਪਣਾ ਕੀ ਸੀਗਾ ਮੁਕਤਸਰ ਸਾਹਿਬ ਦਾ ਸੀਗਾ ਨਾ, ਮੁਕਤਸਰ ਸਾਹਿਬ ਦਾ ਅਦਰ ਨੇਮ ਕੀ ਹੈ। ਅਤੇ ਜਿਹੜੀਆਂ ਆਪਣੇ ਪੰਜਾਬ ਨਾਲ ਰਿਲੇਟਡ ਇੱਕ ਹੋਰ ਕੁਐਸਚਨ ਪੁੱਟ ਕਰਿਆ ਸੀ ਜਿਹੜੀਆਂ ਪੰਜਾਬ ਦੀਆਂ ਵਿਧਾਨ ਸਭਾ ਸੀਟਸ ਪੁੱਛਿਆ ਸੀਗਾ। ਅਤੇ ਇੱਕ ਜਿਹੜਾ ਹੈਗਾ ਲੋਕ ਸਭਾ ਸੀਟਸ ਹੈ ਉਹਨਾਂ ਅਬਾਊਟ ਪੁੱਛਿਆ ਸੀ ਵੀ ਕਿੰਨੀਆਂ ਨੇ। ਕਮੈਂਟ ਸੈਕਸ਼ਨ ਦੇ ਵਿੱਚ ਜਰਾ ਆਨਸਰ ਦੇ ਦਿਓ। ਅਤੇ ਬਾਕੀ ਵੀ ਜਿਹੜੇ ਕੁਐਸਚਨ ਮੈਂ ਪੁੱਛੇ ਨੇ ਉਹਨਾਂ ਦੇ ਆਨਸਰ ਵੀ ਤੁਸੀਂ ਜ਼ਰੂਰ ਦੇ ਦਿਓ। ਲੈਕਚਰ ਦੇਖਣ ਲਈ ਬਹੁਤ ਬਹੁਤ ਧੰਨਵਾਦ। ਅਤੇ ਚੈਨਲ ਨੂੰ ਜ਼ਰੂਰ ਕਿਰਪਾ ਕਰਕੇ ਸ਼ੇਅਰ ਕਰ ਦਿਆ ਕਰੋ ਆਪਦੇ ਦੋਸਤਾਂ ਦੇ ਵਿੱਚ ਜਿੱਥੇ ਵੀ ਤੁਸੀਂ ਸੋਸ਼ਲ ਮੀਡੀਆ 'ਤੇ ਹੈਗੇ ਹੋ ਸਾਰੇ ਕਿਤੇ ਆਪਣੇ ਚੈਨਲ ਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ। ਥੈਂਕ ਯੂ।